सतनाम वाहिगुरु साहिब जी। हूँ अपराधी गुनहगार, हूँ बेमुख मंदा, चोर जार जवार, हूँ भर कर जो हंदा। निंदक दुष्ट हराम खोर, ठग देश ठखंदा। काम क्रोध मद लोभ मोह, हंकार करंदा। विश्वास घाती अकिरत कन, मैं को ना रखंदा। सिमर मुरीदा ढाडिया, सतगुर बख्शंदा। सिमर मुरीदा ढाडिया, सतगुर बख्शंदा। वाहिगुरु जी का खालसा, वाहिगुरु जी की फतेह। गुरु प्यारी साध संगत जी, आप जी अति भागशाली हो जो सतगुरां दे पावन चरनां विच हाजरियां भर के सतगुरु जी वल्लों बख्शिश कीता होया अमोलक मनुखा जन्म सफल करन दा सफल यतन कर रहे हो। गुरु प्यारिओ, पिछले दिनों तो उन्हां गुरसिखां दा जिन्हां ने सतगुरु महाराज की कृपा दे नाल सिक्खी केसां सवासां नाल निभाई है अते उन्हां दा जिहड़ा जीवन है साडे वास्ते प्रेरणा स्रोत है। अज आपां उस महान पूर्ण गुरसिख उच्चे ते सुच्चे जीवन वाले ते प्रभावशाली शख्सियत दे मालक गुरु घर दे प्यारे ते सत्कारे महापुरुष जिन्हां नूं सिख कौम दा वेद व्यास भी कहा जाता है। सिख धर्म दे पहले प्रचारक श्रीमान भाई गुरदास साहब जी, उन्हां दे जीवन दे उस समय नूं जो उन्होंने गुरु साहब महाराज की सेवा करके बख्शिशां नूं प्राप्त किया अते किस तरह घालना उन्होंने घाली है, आओ गुरु साहब जी की कृपा नाल विचार करन दा यतन करिए। भाई साहब भाई केसर सिंह जी छिब्बर ने इतिहास लिखिया है। जिस वेले आपां पिछोकड़ देखते हाँ, बासर के गल्लां पिंड ये सारियां दी जेहन विच आ जाता है कि उत्थे तीसरे सतगुरु साहब श्री गुरु अमरदास महाराज जी का प्रकाश होया उस पावन धरती ते। वो केड़ा परिवार सी? इन्हां दे बजुर्ग सन बिशन दास ते बिशन दास का पुत्र सी हर जी ते हर जी दे 3 पुत्र सन, तेजभान, भानचंद ते चंद्रभान। नाम इको जिहा तिन्हां दे मिलदे जुलदे आ। बिशन दास का पुत्र हरजी
ਤੇ ਹਰ ਜੀ ਦੇ 3 ਪੁੱਤਰ ਤੇਜ ਭਾਣ, ਭਾਣ ਚੰਦ ਤੇ ਚੰਦਰ ਭਾਣ। ਤੇਜ ਭਾਣ ਜੀ ਦੇ ਸੁਪੁੱਤਰ ਸਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਤੇ ਭਾਣ ਚੰਦ ਜੀ ਦੀ ਕੋਈ ਔਲਾਦ ਨਹੀਂ ਹੈ, ਇਤਿਹਾਸ ਨਹੀਂ ਦਰਸਾਉਂਦਾ। ਤੇ ਜਿਹੜੇ ਚੰਦਰ ਭਾਣ ਜੀ ਹੈ ਉਹਨਾਂ ਦੇ 2 ਸੁਪੁੱਤਰ ਹੈ, ਇੱਕ ਹੈ ਦਤਾਰ ਚੰਦ ਤੇ ਦੂਸਰੇ ਹਨ ਈਸ਼ਰ ਦਾਸ। ਹੁਣ ਇਹ ਚਾਚੇ ਤਾਏ ਦੇ ਹਨ, ਤੇਜ ਭਾਣ ਤੇ ਈਸ਼ਰ ਦਾਸ। ਈਸ਼ਰ ਦਾਸ ਦੇ ਪੁੱਤਰ ਆ ਭਾਈ ਗੁਰਦਾਸ ਸਾਹਿਬ ਜੀ। ਰਿਸ਼ਤਾ ਬਣ ਗਿਆ ਚਾਚੇ ਤੇ ਭਤੀਜੇ ਦਾ। ਗੁਰੂ ਅਮਰਦਾਸ ਜੀ ਦੇ ਭਤੀਜੇ ਲੱਗਦੇ ਆ ਤੇ ਗੁਰੂ ਅਰਜਨ ਸਾਹਿਬ ਜੀ ਦੇ ਮਾਮਾ ਜੀ ਲੱਗਦੇ, ਕਿਉਂਕਿ ਗੁਰੂ ਅਮਰਦਾਸ ਜੀ ਦੀ ਬੱਚੀ ਬੀਬੀ ਭਾਨੀ ਜੀ ਉਹਨਾਂ ਦੇ ਸੁਪੁੱਤਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ। ਤੇ ਇਹ ਇਤਿਹਾਸਕ ਪਿਛੋਕੜ ਹੈ। ਤੇ ਇਤਿਹਾਸ ਵਿੱਚ ਕਿਉਂਕਿ ਤਰੀਕਾਂ ਜਿਹੜੀਆਂ ਅਲੱਗ-ਅਲੱਗ ਲਿਖੀਆਂ, ਪਰ ਜ਼ਿਆਦਾ ਇਤਿਹਾਸਕਾਰਾਂ ਨੇ ਇਹ ਲਿਖ ਦਿੱਤਾ ਹੈ ਕਿ ਉਹਨਾਂ ਦਾ ਜਿਹੜਾ ਜਨਮ ਹੋਇਆ ਭਾਈ ਗੁਰਦਾਸ ਸਾਹਿਬ ਜੀ ਦਾ 1553 ਦੇ ਵਿੱਚ, ਤੇ 1636 ਦੇ ਵਿੱਚ ਉਹਨਾਂ ਦਾ ਅਕਾਲ ਚਲਾਣਾ ਹੈ। ਤਕਰੀਬਨ 82-83 ਸਾਲ ਦੀ ਉਮਰ ਬਣਦੀ ਹੈ ਹਿਸਾਬ ਕਿਤਾਬ। ਤੇ ਇਹ ਵੀ ਇਤਿਹਾਸ ਲਿਖਦਾ ਕਿ ਉਹਨਾਂ ਦੇ ਜਿਹੜੇ ਮਾਂ-ਬਾਪ ਸਨ, ਮਾਤਾ ਜਿਹੜੀ ਆ ਜਿਸ ਦਿਨ ਉਹਨਾਂ ਦੀ 3 ਸਾਲ ਦੀ ਉਮਰ ਸੀ ਚੜ੍ਹਾਈ ਕਰ ਗਈ, 12 ਸਾਲ ਦੀ ਉਮਰ ਸੀ ਤੇ ਪਿਤਾ ਜੀ ਚੜ੍ਹਾਈ ਕਰ ਗਏ। ਤੇ ਇੱਧਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸ੍ਰੀ ਗੋਬਿੰਦਵਾਲ ਸਾਹਿਬ ਦੀ ਸੇਵਾ ਕਰਾ ਰਹੇ, ਤੇ ਸੁਭਾਵਕ ਸੀ। ਤੇ ਸਤਿਗੁਰੂ ਮਹਾਰਾਜ ਜੀ ਆਪਣੇ ਭਤੀਜੇ ਨੂੰ ਵੀ ਉੱਥੇ ਗੋਬਿੰਦਵਾਲ ਸਾਹਿਬ ਰੱਖਦੇ ਆ, ਪਾਲਣ ਪੋਸ਼ਣ ਵੀ ਕਰਦੇ ਆ ਤੇ ਸੇਵਾ ਕਰਦੇ। ਤੇ ਇੱਕ ਮਾਣ ਦੀ ਗੱਲ ਹੈ ਕਿ ਭਾਈ ਗੁਰਦਾਸ ਸਾਹਿਬ ਜੀ 8 ਭਾਸ਼ਾਵਾਂ ਦੇ ਕਰਤਾ ਸਨ, 8 ਭਾਸ਼ਾਵਾਂ ਦੇ ਜਾਣਕਾਰ ਸਨ। ਕਿਉਂਕਿ ਵੈਸੇ ਵੀ ਕੋਈ ਹੀਰਾ ਵੀ ਹੋਵੇ ਨਾ, ਬੜੀ ਕੀਮਤੀ ਚੀਜ਼ ਹੋਵੇ, ਉਹਨੂੰ ਵੀ ਪ੍ਰਚਾਰ ਵਾਸਤੇ ਲੋੜ ਪੈਂਦੀ ਹੈ। ਅੱਜ ਜਿਸ ਤਰ੍ਹਾਂ ਰਾਜੇ ਮਹਾਰਾਜੇ ਤੇ ਉਹਨਾਂ ਦੇ ਕੋਲ ਸਲਾਹਕਾਰ ਜਿਹੜੇ ਵਿਦਵਾਨ ਰੱਖੇ ਜਾਂਦੇ ਸਨ, ਔਰ ਗੁਰੂ ਸਾਹਿਬ ਜੀ ਨੇ ਤਾਂ ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਹੁਤ ਵਿਦਵਾਨ ਰੱਖੇ, 52 ਕਵੀ ਰੱਖੇ, ਵਿਦਵਾਨ ਭਰਤੀ ਕੀਤੇ। ਕਿਉਂਕਿ ਜਿੰਨੇ ਤੱਕ ਵਿਦਵਤਾ ਦੇ ਨਾਲ ਹੀ ਸੰਸਾਰ ਦੇ ਲੋਕਾਂ ਨੂੰ ਸਮਝਾਉਣ ਦਾ ਵੀ ਤਰੀਕਾ ਜਿਹੜਾ ਸੀ, ਇੱਕ ਅਧਿਆਤਮਿਕ ਤੌਰ ਤੇ ਫਿਰ ਨਾਲ ਇੱਕ ਵਿਦਵਤਾ ਹੋਣੀ, ਤੇ ਬਹੁਤ ਜ਼ਰੂਰੀ ਚੀਜ਼ਾਂ ਸਨ। ਗੋਬਿੰਦਵਾਲ ਸਾਹਿਬ ਆ ਗਏ। ਹੁਣ ਜਿਸ ਵੇਲੇ ਜਿਹੜਾ ਮਹਾਂਪੁਰਸ਼ ਭਾਈ ਗੁਰਦਾਸ ਸਾਹਿਬ ਜੀ ਜਿਹੜੇ 8 ਭਾਸ਼ਾਵਾਂ ਦੇ ਜਾਣਕਾਰ ਹੈ, ਤੇ ਇੱਥੇ ਗੁਰੂ ਸਾਹਿਬ ਜੀ ਨੇ 22 ਮੰਜੀਆਂ ਸਥਾਪਿਤ ਕੀਤੀਆਂ, ਪ੍ਰਚਾਰਕ ਸਥਾਪਿਤ ਕੀਤੇ। ਤੇ ਉਹਨਾਂ ਨੂੰ ਵੀ ਸੂਝ-ਬੂਝ ਦੇਣ ਵਾਸਤੇ, ਕਿਉਂਕਿ ਉਹਨਾਂ ਨੇ ਪ੍ਰਚਾਰ ਕਰਨ ਜਾਣਾ, ਤੇ ਉਹਨਾਂ ਵਾਸਤੇ ਕੀ ਦਿਸ਼ਾ ਨਿਰਦੇਸ਼ ਹੈ ਉਹ ਭਾਈ ਗੁਰਦਾਸ ਸਾਹਿਬ ਜੀ ਸਮਝਾਉਂਦੇ, ਕਿਹੜੇ ਗ੍ਰੰਥਾਂ ਦੇ ਹਵਾਲੇ ਲੈਣੇ ਹਨ। ਕਿਉਂਕਿ ਸਾਡੀ ਕੌਮ ਦੇ ਵਿੱਚ ਮਿਲਾਵਟ ਬਹੁਤ ਚੀਜ਼ਾਂ ਦੀ ਹੋਈ ਹੈ, ਬੜੀ ਖੋਜ ਦੀ ਜ਼ਰੂਰਤ ਹੈ। ਅੱਜ ਦੇ ਸਮੇਂ ਦੇ ਵਿੱਚ, ਪੁਰਾਤਨ ਸਮਿਆਂ ਦੇ ਵਿੱਚ, ਮੈਂ ਅੱਗੇ ਵੀ ਬੇਨਤੀ ਕਰਾਂਗਾ, ਕਿਉਂਕਿ ਜਿਹੜੀ ਭਾਈ ਗੁਰਦਾਸ ਸਾਹਿਬ ਜੀ ਦੀ ਜਿਹੜੀ ਰਚਨਾ ਹੈ, ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਵਿਆਖਿਆ ਹੈ। ਤੇ ਉਹਨਾਂ ਦੀਆਂ ਜਿਹੜੀਆਂ 12 ਹਨ, 40 ਵਾਰਾਂ ਹਨ, ਤੇ ਉਹਦੇ ਵਿੱਚ ਪੌੜੀਆਂ ਹਨ। ਤੇ ਜਿਹੜੇ ਅੱਜ ਤੁਹਾਨੂੰ ਉਹ ਜਿਹੜੇ ਭਾਈ ਗੁਰਦਾਸ ਦੀ 12 ਦੀ ਗ੍ਰੰਥ ਮਿਲੇਗਾ, ਉਹਦੇ ਵਿੱਚ 41 ਹੋ ਗਿਆ, ਮਿਲ ਗੋਭਾ ਕਰ ਦਿੱਤਾ ਗਿਆ। ਉਹਦੇ ਵਿੱਚ ਦੂਜੇ ਭਾਈ ਗੁਰਦਾਸ ਸਾਹਿਬ ਨੂੰ ਜੋੜ ਦਿੱਤਾ ਗਿਆ, ਪਰ ਉਹਦਾ ਦਾ ਹਲੇ ਕੋਈ ਹਵਾਲਾ ਜਿਹੜਾ ਹੈ ਇਤਿਹਾਸਕਾਰਾਂ ਦੇ ਵਿੱਚ ਹਲੇ ਬਹੁਤ ਡੁੱਬਦਾ ਹੈ। ਉਹ ਇੱਕ ਖੋਜ ਦਾ ਵਿਸ਼ਾ ਹੈ, ਕਿਉਂਕਿ ਉਹਦੇ ਵਿੱਚ ਆਪਾਂ ਪੜ੍ਹਦੇ ਹਾਂ ਜਿਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਰਚਨਾ, ਹੁਣ ਉਹਦੇ ਵਿੱਚ ਉਹਨਾਂ ਨੇ ਇਹਦੇ ਵਿੱਚ ਭਾਈ ਗੁਰਦਾਸ ਸਾਹਿਬ ਦੇ ਨਾਲ ਹੀ ਐਡ ਕਰ ਦਿੱਤਾ। ਉਹਦੇ ਵਿੱਚ ਹੁਣ ਪਤਾ ਨਹੀਂ ਲੱਗ ਰਿਹਾ ਕਿ ਭਾਈ ਗੁਰਦਾਸ ਦੂਸਰੇ ਦਾ ਹੈ ਜਾਂ ਭਾਈ ਗੁਰਦਾਸ, ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਇੱਥੇ 1636 ਦੇ ਵਿੱਚ ਅਕਾਲ ਚਲਾਣਾ ਕਰਕੇ 6ਵੇਂ ਪਾਤਸ਼ਾਹ ਦੇ ਸਮੇਂ ਵਿੱਚ, ਤੇ ਕਲਗੀਧਰ ਪਾਤਸ਼ਾਹ ਦੀ, ਕਿਉਂਕਿ ਇੱਥੋਂ ਆਪਾਂ ਨੂੰ ਬਾਣੀ ਦੇ ਵਿੱਚ ਹੀ ਉਹਨਾਂ ਦੇ ਮਿਲਦਾ ਹੈ
जिस वेले लिखते आ भाई गुरदास साहब, पंज प्याले पंज पीर छटम पीर, बैठा गुर भारी अर्जुन काया पलट के, मूरत हर गो बिंद सवारी। तो छेवें पातशाह तक उन्हां दीयां रचना हैं। तो भाई गुरदास साहब जी जिहड़ी सूझ-बूझ है, तो वो हुण प्रचारक जिहड़े फिर चौथे पातशाह का समा आया, भावें उन्हां दा सतगुरु महाराज का गुरता गद्दी ते बैठण का पीरियड 7 साल का है, गुरु रामदास जी बहुत घट समा है, पर उत्थे भी हुण गुरु साहब महाराज सेवा कर रहे, नाल भाई गुरदास साहब जी सेवा कर रहे। पंजवें पातशाह के समय के जिहड़े हालात सी बिल्कुल ही बहुत ही बखरे सन, एक दुविधा वाले सन। जिथे जिथे गुरु साहब महाराज कोशिश की है भाई गुरदास साहब जी ने भी उत्थे जाके प्रचार किया। मैं अज पढ़ रहा सी, बड़ी हैरानगी हुई, काशी वो गए, आगरे वो गए, फतेहपुर सिकरी नाल ही आगरे दे, ते उस तो बाद गवालीयर और बुरहानपुर का भी नाम लिखा इतिहास में, जौनपुर लिखा है, उज्जैन लिखा है भी इस इलाके दे विच सिखां नूं पक्का किया, सिक्खी पक्की की, प्रचार किया भाई गुरदास। एडा बड़ा विद्वान जिहड़े सन, मध्य भारत विच उन्होंने ज़्यादा प्रचार किया भाई गुरदास साहब जी। तो मतलब ये आप कह सकते हैं कि जिहड़े गुरमत प्रचारक दे मोढी सन भाई गुरदास साहब जी। तो वो जिथे उन्होंने हुण हालात जिस वेले गुरु अर्जुन साहब जी महाराज गुरता गद्दी ते विराजमान होंदे, असीं सारे इतिहास के स्रोते हाँ, तो हुण प्रिथी चंद जिहड़ा विरोधता करदा है। हुण जिस वेले गुरु रामदास जी गुरता गद्दी ते बैठे, उस वेले भाई गुरदास जी बाहर सन, फिर दर्शन करन आए। हुण गुरु अर्जन साहब जी गुरता गद्दी ते बैठे, फिर गुरु साहब के दर्शन करन आए। पर हालात ऐसे बन चुके सन कि जिस गुरु के लंगरां दे विच खीरां बनदियां सन, ते उत्थे हुण छोले चब्बण दा समा आ गया सी। ਉਹਦਾ एक कारण सी, ਪ੍ਰਿਥੀ चंद की करता सी, उन्हें अपने बंदे सारे पासे खड़े कर दिते। हुण गुरु पातशाह का बड़ा सपुत्र होने करके संगतां जिन्नी भी कार भेटां लिआउंदियां सन, जो भी अनाज आउंदा सी, जो भी रसद आउंदी सी, सारा ਪ੍ਰਿਥੀ चंद नूं दे दिंदे सी भी यही संभाल करदा है। पर उन्हां नूं नहीं पता सी संगतां नूं। इधर जिहड़ी हालत जिहड़ी आ आर्थिक तौर ते बहुत पतली हो गई, पर गुरु साहब महाराज दी कोल जिहड़ी अध्यात्मक शक्ति है, ताकत जिहड़ी है, वो तो आप गुरु साहब महाराज की बाणी जिहड़ी है सानू बख्शिश करदी कि जिसके सिर उपर तू स्वामी सो दुख कैसा पावे। भी जिहड़ी किरपा अकाल पुरख ने की, उन्होंने तो कोई मिटा ही नहीं सकता। भाई गुरदास साहब नूं पता लगा, फिर उन्होंने बाबा बुढ़ा साहब जी नाल मिल के संगतां नूं लामबंद किया, सारे पासे संगतां और आप खड़े होके उन्हां रस्तियां दे उपर लोकां नूं दस्सिया भी भाई ਪ੍ਰਿਥੀ चंद जिहड़ा है हुण गुरु का निंदक बन चुका है, ये गुरु साहब की निंदा कर रहा है। और जो तुसी कार भेटा रसद लैके आउंदे, ते फिर संगत नूं सूझ आई, ते संगत दे विच जागृति आई, और संगत ने फिर उसका विरोध भी किया। पर इन्ने इंसाफ पसंद सी भाई गुरदास साहब जी। तो एक दिन गल करते आ गुरु अर्जन साहब जी महाराज के नाल, कहने लगे मेरा मन है कि आप जो गुरु रामदास महाराज ने बाजार बनाए है ना, आप जाने तो बाजार गुरु साहब के समय दे विच भी गुरु साहब महाराज ने तैयार किए सन। तो इतिहास भी लिखता कि सतगुरु ने 52 तरह के किते के लोग उत्थे बसाए। तो भाई गुरदास साहब जी गुरु अर्जन साहब महाराज ने पूछा, कहने लगे सतगुरु आप जी इजाजत दिओ, आ जिन्हां दुकानां दा प्रबंध है ये ਪ੍ਰਿਥੀ चंद नूं दे दिंदे आ, तो फिर एक हिस्सा थोड़ा जिहा असीं महादेव नूं दे दिंदे आ, ये थोड़ा जिहा ठंडे होके बह जाणगे। तो गुरु हुण रिश्तेदारी भी है, तो गुरु अर्जन साहब महाराज कहा मामा जी जो तुसीं कहोगे, जो तुसीं फैसला करते हो गलत नहीं करते, और गुरु घर दे विच कोई कमी नहीं है, जो मंगदा जो प्यार ना मंगदा तो असीं वो भी देण लई तैयार। तो गुरु साहब ने तो कोई इन्ना नहीं सी, पर इन्ना सोहना फैसला जिहड़ा सी ਪ੍ਰਿਥੀ चंद कर सकता है। पर ਪ੍ਰਿਥੀ चंद जिहड़ा सी हटिया नहीं है। जे किसी ने दरबार साहब की नकल की है, वो पहला दुखी पैदा होया सी गुरु घर दे विच ਪ੍ਰਿਥੀ चंद। लाहौर दे कोले उहदा सहुरा पिंड सी हेरा, उत्थे उन्हें मॉडल तैयार कर लिया, दरबार साहब वर्गा गुरुद्वारा बनाया।
फिर अपने पुत्र मेहरबान के कोलों ग्रंथ की भी रचना, इस करके फिर अगे गुरु साहब महाराज ने जिहड़ी ग्रंथ साहब की रचना की है, सतगुरु जी महाराज को इजाजत लैके भाई गुरदास साहब जी प्रिथी चंद को जाते हैं, कह लगे तू ये काम ना कर भी गुरु का शरीक ना बन। जिहड़ी बख्शिश गुरु अर्जन साहब महाराज के उपर गुरु रामदास जी ने की आ, उन्होंने दुनिया की ताकत नहीं खत्म कर सकती, ना तू दरबार साहब का बराबरी कर सकते। जे प्रिथी चंद किया तो फिर उन लोगों का अज भी हौसला पैदा हो रहा। कई ने उत्थे पंजाब के विच मुक्तसर जिले के विच मस्तू आना, उन्होंने भी एक रोक लग गई है, उन्होंने भी दरबार साहब की नकल का बनाने का यतन किया। तो उत्थे हुण बड़ा समझाया, तो उन्होंने पता नहीं हंकार सी प्रिथी चंद नूं। तो ये शब्द जिहड़ा आपां सिख रहत मर्यादा विच पढ़ते हैं मीणे, ये भाई गुरदास साहब ने दिता भी मीणे हन, इन्हां दे नाल वरतों नहीं करनी। एक गल कही सी, कह लगे ना तू अपने पिता कोल प्यार लै सकिया ते ना हुण अपने भरा दे कोलों प्यार लै सकिया। पिता गुरु रामदास जी ते भरा गुरु अर्जन साहब जी, ना तू पिता कोल प्यार लिया ते ना तू अपने भरा दे कोलों प्यार लै सकिया, ते इदी दुनिया तो तू चले जाएगा, लाहणतां पैणगीआं। अगे गुरु साहब महाराज हुण की होया कि मेहरबान जिहड़ा नानक शब्द वरत के, भी जां तां अपना नाम वरतदा फिर कोई, पर नानक शब्द वरत के वो वरत के गुरबाणी जिहड़ी है बाणी लिखनी शुरू कर दी। हुण बहुत लोड़ सी उस वेले गुरु साहब महाराज की, ते सतगुरु जी ने भाई गुरदास साहब नूं बुलाया भी हुण जरूरत है भी जिहड़ी बाणी गुरु नानक साहब जी ने इकत्तर की है, जिन्ने भी पहले गुरु साहब जी की बाणी है उन्होंने असी एक जिलत दे विच तैयार करना है। कह लगे जो सतगुरु महाराज तुहाडा हुक्म है आप करते हैं। इसी तरह किया गया। ये सारे याद होना चाहिए कि 1588 दे विच दरबार साहब की नींह रखी गई, 1601 दे विच दरबार साहब की इमारत जिहड़ी है वो तैयार हुई। तो इधर गुरु साहब महाराज जी ने हुण प्रकाश जिहड़ा अपने 1604 दे विच कीता, तकरीबन इतिहासकार लिखते कि 3 साल लगे सन गुरबाणी लिखाउण विच गुरु अर्जन साहब जी। आप जाने रामसर दे किनारे ते बैठ के उत्ते सरोवर दे गुरु साहब महाराज जी ने भाई गुरदास साहब के भाई बन्नों जी सहायक बने सन। शाही तैयार करनी कलम बहुत मेहनत होंदी सी पुराने समय। अज उत्थे प्रैस लगी है जिथे गुरु साहब महाराज जी के स्वरूप छपते आ, उत्थे उन्हों का नाम गुरु ग्रंथ साहब भवन, उत्थे स्वरूप छपते आ। गुटका साहब जिन्नियां भी जो भी उत्थे प्रैस लगी है, बहुत बड़ी प्रैस है। तो उत्थे बैठ के हुण गुरु साहब जी बाणी लिखा रहे आ भाई गुरदास साहब जी दे कोलों। ते तुसीं सहज पाठ करते उहदे विच शब्द भी कई वेले आउंदे आ, क्योंकि उतारा किया गया। शुद्ध भी आउंदा ते एक जगह लिखिआ शुद्ध कीचे। जे गुरु साहब उस वाल चैक करते सन, जिथे थोड़ी बहुती गलती हुंदी सी उत्थे लिखदे सी शुद्ध कीचे, इहनूं मतलब ठीक करो। जिहड़ा ठीक हुंदा सी उत्थे लिखदे शुद्ध। ये तकरीबन गुरु ग्रंथ साहब दे विच 15 वारी लिखिआ शुद्ध, ते एक वारी आउंदा शुद्ध कीचे, 16 वारी है। तो वह भी लिखिया उदा ही लिखिया हुआ उस तरह जे उतारा किया गया गुरबाणी का। तो हुण जिस वेले गुरु साहब महाराज ने पहला प्रकाश किया, बाणी का प्रकाश किया, बहुत औखा सी काम। अज सिख ही बर्दाश्त नहीं करते गुरबाणी सुननी, तो समय के लोग कितों बर्दाश्त करते हैं। तुसीं सुनिया होगा किसी को भी कोई रागी पढ़ता हो कि जित पीते मत दूर होए बरल पवे विच आए, क्योंकि सिखां नूं चुभदा है। कोई सुन सकता कुत्ता राज बहालीए फिर चक्की चट्टे नहीं, उसी वो चीज़ नूं सुनना ही नहीं चाहते। बाणी कह रही है जब सब में एक खुदाए कह तो क्यों मुर्गी मारे। वो 80% तो मांस खाण वाले होंगे, तो उन्होंने कित्थे बर्दाश्त होएगी बाणी, तो कित्थों बर्दाश्त होएगा। कबीर भांग मछली सुरा पान जो जो प्राणी खाए, कित्थे बर्दाश्त होएगी। असीं सानूं बर्दाश्त नहीं हो रही, तो उन्होंने कित्थों बर्दाश्त होई। अकबर नूं कित्थे बर्दाश्त होई। शिकायतां होईयां, लाहौर आया अकबर, पहला गुरु रामदास महाराज जी गए सी, ते हुण भाई गुरदास साहब नूं भेजिया और चंगी तरह उसकी तसल्ली कराई गई, चंगी तरह तसल्ली कराई।
ਤੇ ਫਿਰ ਗੁਰੂ ਸਾਹਿਬ ਮਹਾਰਾਜ ਦੀ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਫਿਰ ਛੇਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ, ਜੇ ਅੱਜ ਸਾਨੂੰ ਕੋਈ ਪੁੱਛਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਪਹਿਲੇ ਜਥੇਦਾਰ ਕੌਣ ਸੀ, ਕਿਉਂਕਿ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ, ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਔਰ ਸ੍ਰੀ ਅਕਾਲ ਤਖਤ ਸਾਹਿਬ ਦਾ ਪਹਿਲਾ ਜਥੇਦਾਰ ਭਾਈ ਗੁਰਦਾਸ ਸਾਹਿਬ ਜੀ। ਉਸ ਵੇਲੇ ਥੜਾ ਸੀ ਗੁਰੂ ਪਿਆਰਿਓ, ਤੇ ਗੁਰੂ ਸਾਹਿਬ ਜੀ ਥੜੇ ਤੇ ਬੈਠ ਕੇ ਪ੍ਰਚਾਰ ਕਰਦੇ, ਉਹਨੂੰ ਕਹਿੰਦੇ ਸੀ ਅਕਾਲ ਬੂੰਗਾ। ਥੜੇ ਦੇ, ਕਿਉਂਕਿ ਇਹ ਜਿਹੜੀ ਬਿਲਡਿੰਗ ਸੀ ਮਹਾਰਾਜਾ ਰਣਜੀਤ ਸਿੰਘ ਨੇ ਤਿਆਰ ਕਰਾਈ, ਤੇ ਗੁਰੂ ਸਾਹਿਬ ਕਹਿੰਦੇ ਹੁੰਦੇ ਸਨ, ਉਹਨਾਂ ਨੇ ਥੱਲੇ ਬਹਿ ਜਾਣਾ, ਭਾਈ ਗੁਰਦਾਸ ਸਾਹਿਬ ਨੇ ਕਹਿਣਾ ਉਹਨਾਂ ਨੂੰ ਉੱਪਰ ਆ ਕੇ ਬਹਿ ਜਾਓ। ਕਹਿਣ ਲੱਗੇ ਨਹੀਂ, ਸਤਿਗੁਰੂ ਦੀ ਜਗ੍ਹਾ ਹੈ, ਮੈਂ ਸਿੱਖ ਦੀ ਜਗ੍ਹਾ ਹੀ ਠੀਕ ਹਾਂ। ਤੇ ਉੱਥੇ ਹੁਣ ਜਿਹੜੀ ਅਧਿਆਤਮਕ ਉਹਨਾਂ ਦੀ ਜਿਹੜੀ ਬਾਣੀ ਸੀ, ਹੁਣ ਉਹ ਜਿਸ ਵੇਲੇ ਤਿਆਰ ਕੀਤਾ, 3 ਜਾਣਿਆਂ ਨੇ ਹੱਥ ਲਾਇਆ, ਨੀਂਹ ਰੱਖੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਤੇ ਉਸ ਥੜੇ ਨੂੰ ਤਿਆਰ ਕੀਤਾ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ। ਉੱਥੇ ਇਤਿਹਾਸ ਵਿੱਚ ਵੀ ਲਿਖਿਆ, ਕਿਸੇ ਰਾਜ ਨਾ ਹਾਥ ਲਗਾਇਓ, ਬੁੱਢੇ ਔਰ ਗੁਰਦਾਸ ਬਣਾਇਓ। ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਤਿਆਰ ਕੀਤਾ। ਤੇ ਕਹਿੰਦੇ ਹਨ ਜਿਸ ਵੇਲੇ ਆਖਰੀ ਸਮਾਂ ਆਇਆ ਨਾ, ਗੋਬਿੰਦਵਾਲ ਸਾਹਿਬ ਹੀ ਉਹਨਾਂ ਨੇ ਅਕਾਲ ਚਲਾਣਾ ਕੀਤਾ, ਭਾਈ ਗੁਰਦਾਸ ਸਾਹਿਬ ਗੁਰੂ ਸਾਹਿਬ ਜੀ ਨੂੰ ਯਾਦ ਕੀਤਾ, ਉੱਥੇ ਗਏ ਗੁਰੂ ਸਾਹਿਬ ਜੀ। ਆਪਾਂ ਤਾਂ ਬਹੁਤ ਕੁਝ ਮੰਗਦੇ ਹਾਂ, ਸਾਰੀ ਜ਼ਿੰਦਗੀ ਸਾਡੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ, ਪਰ ਇੱਕ ਹੋਰ ਬੇਨਤੀ ਕਰਦੇ ਹਾਂ, ਸਾਹਮਣੇ ਆ ਗਈ, ਕਿਉਂਕਿ ਇਤਿਹਾਸ ਵਿੱਚ ਕਿਤੇ ਨਹੀਂ ਲਿਖਿਆ ਕਿ ਭਾਈ ਗੁਰਦਾਸ ਸਾਹਿਬ ਜੀ ਨੇ ਸ਼ਾਦੀ ਕਰਾਈ ਸੀ, ਜਾਂ ਉਹਨਾਂ ਦੀ ਔਲਾਦ ਬਾਰੇ, ਪਤਨੀ ਬਾਰੇ ਨਹੀਂ ਲਿਖਿਆ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਆਪਣੇ ਗੁਰਮਤ ਦੇ ਵਿਰੋਧੀ ਸਨ। ਭਾਈ ਗੁਰਦਾਸ ਆਪ ਕਹਿੰਦੇ ਆ, ਸਗਲ ਧਰਮ ਮੇ ਗ੍ਰਸਤ ਪ੍ਰਧਾਨ ਹੈ। ਤੇ ਇੱਥੋਂ ਪਤਾ ਲੱਗਦਾ ਵੀ ਉਹ, ਕਿਉਂਕਿ ਸਾਡੇ ਗੁਰੂ ਗ੍ਰਸਤੀ ਸਨ, ਸੋ ਪ੍ਰਚਾਰ ਕਰਨ ਵਾਲਾ ਵੀ ਗ੍ਰਸਤੀ ਹੈ। ਤੇ ਉਹਨਾਂ ਨੇ ਇਹ ਗੱਲ ਬੜੇ ਉਦਾਹਰਨਾਂ ਦੇ ਕੇ ਸਮਝਾਈ ਹੈ, ਸਗਲ ਧਰਮ ਮੇ ਗ੍ਰਸਤ ਪ੍ਰਧਾਨ। ਤੇ ਗੁਰੂ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ, ਸਤਿਗੁਰੂ ਮਹਾਰਾਜ ਮੇਰੀ ਇੱਛਾ ਹੈ। ਤੇ ਗੁਰੂ ਸਾਹਿਬ ਕਹਿੰਦੇ ਦੱਸੋ, ਤੁਸੀਂ ਸਾਰੀ ਜ਼ਿੰਦਗੀ ਕੁਛ ਨਹੀਂ ਮੰਗਿਆ। ਕਹਿਣ ਲੱਗੇ ਮੇਰੀ ਇੱਛਾ ਹੈ ਕਿ ਮੇਰੀ ਯਾਦਗਾਰ ਨਾ ਬਣਾਈ ਜਾਏ। ਯਾਦਗਾਰਾਂ ਗੁਰੂਆਂ ਦੀਆਂ ਹੁੰਦੀਆਂ, ਸਿੱਖਾਂ ਦੀਆਂ ਨਹੀਂ ਹੁੰਦੀਆਂ। ਮੇਰੀ ਇਹ ਬੇਨਤੀ ਹੈ। ਕਿੱਡਾ ਵੱਡਾ ਵਿਦਵਾਨ, ਔਰ ਜਿਹੜੀਆਂ 40 ਵਾਰਾਂ ਲਿਖੀਆਂ ਉਹਦੇ ਵਿੱਚ ਅਣਗਿਣਤ ਪੌੜੀਆਂ ਹਨ, ਤੇ ਜਿਹੜੇ ਕਵਿਤ ਲਿਖੇ ਆ ਭਾਈ ਗੁਰਦਾਸ ਨੇ, ਕਵਿਤ ਤੇ ਸਵਈਏ ਜਿਹੜੇ ਆ, ਉਹ ਲਿਖਦਿਆਂ ਹੋਇਆਂ ਉਹਦੇ ਵਿੱਚ ਭਾਸ਼ਾ ਜਿਹੜੀ ਬ੍ਰਿਜ ਭਾਸ਼ਾ ਵਰਤੀ ਹੈ, ਤੇ ਉਹਨਾਂ ਦੀ ਜਿਹੜੀ ਗਿਣਤੀ ਆ 675 ਹੈ, ਜਿਹਦੇ ਵਿੱਚ ਕਵਿਤ ਜ਼ਿਆਦੇ ਆ, ਸਵਈਏ ਘੱਟ ਹੈ। ਤੇ ਬੜੇ ਗੁਰਮੁਖ ਮੈਂ ਕੋ ਇੱਕ ਗ੍ਰੰਥ ਵੀ ਆ, ਭਾਈ ਸੇਵਾ ਸਿੰਘ ਜੀ ਨੇ ਬੜੇ ਸੋਹਣੇ ਅਰਥ ਕੀਤੇ ਆ ਕਵਿਤ ਤੇ ਸਵਈਆਂ ਦੇ। ਤੇ ਭਾਈ ਗੁਰਦਾਸ ਦੀਆਂ 12 ਦੇ ਤਾਂ ਅਰਥ ਬਹੁਤ ਹੀ ਗੁਰਮੁਖ ਪਿਆਰਿਆਂ ਨੇ ਕਾਫੀ ਲਿਖੇ, ਭਾਈ ਵੀਰ ਸਿੰਘ ਜੀ ਨੇ ਵੀ ਕੀਤੇ ਆ। ਤੇ ਹੁਣ ਜੇ ਆਪਾਂ ਉਹਨਾਂ ਦੀ ਨਿਮਰਤਾ ਦੀ ਗੱਲ ਕਰਦੇ ਆ, ਉਹ ਕਹਿੰਦੇ ਮੇਰੇ ਵਿੱਚ 20 ਔਗਣ ਆ, 20। ਭਾਈ ਗੁਰਦਾਸ ਸਾਹਿਬ ਦੀ ਬਾਰ ਦੀ ਪੌੜੀ ਆ, ਕਹਿੰਦੇ ਹਉ ਅਪਰਾਧੀ, ਤੁਸੀਂ ਗਿਣ ਸਕਦੇ, ਹਉ ਅਪਰਾਧੀ ਗੁਨਹਗਾਰ, ਹਉ ਬੇਮੁਖ ਮੰਦਾ, ਚੋਰ ਜਾਰ ਜੁਆਰ, ਹਉ ਭਰ ਕਰ ਜੋਹੰਦਾ, ਨਿੰਦਕ ਦੁਸ਼ਟ ਹਰਾਮਖੋਰ ਠੱਗ ਦੇਸ਼ ਠਗੰਦਾ। ਹੁਣ ਸਾਨੂੰ ਕਹਿ ਕੇ ਦਿਖਾਵੇ ਕੋਈ, ਉਹ ਆਪ ਕਹਿ ਰਹੇ ਆਪਣੇ ਆਪ ਨੂੰ, ਕਾਮ ਕ੍ਰੋਧ ਮਦ ਲੋਭ ਮੋਹ, ਹੰਕਾਰ ਕਰਨ ਦਾ ਵਿਸ਼ਵਾਸ ਘਾਤੀ, ਅਕਿਰਤ ਕੰਨ ਮੋਹ ਕੋ ਨਾ ਰਖੰਦਾ। ਪਰ ਕਹਿੰਦੇ ਉਹ ਦੁਨੀਆ ਦੇ ਲੋਕੋ, ਆ ਜਾਓ ਸਤਿਗੁਰ ਦਾ ਸਿਮਰਨ ਕਰ ਲਓ, ਸਤਿਗੁਰ ਦੀ ਭਗਤੀ ਕਰ ਲਓ, ਜਿੰਨੇ ਵੀ ਔਗਣ ਹੋਣਗੇ ਨਾ, ਗੁਰੂ ਤੁਹਾਡੇ ਔਗਣਾਂ ਤੇ ਪਰਦਾ ਪਾ ਦੇਗਾ। ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸ਼ੰਦਾ, ਸਤਿਗੁਰੂ ਬਖਸ਼ ਦੇਗਾ ਜਿੰਨੇ ਵੀ ਪਾਪ ਹੋਣਗੇ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ, ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਗੁਰੂ ਢੱਕ ਦਿੰਦਾ ਹੈ। ਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਭਾਈ ਗੁਰਦਾਸ ਸਾਹਿਬ ਜੀ, ਤੁਸੀਂ ਇੱਕ ਇੱਕ ਅੱਖਰ ਦੇ ਦਰਸ਼ਨ ਕੀਤੇ, ਆਪਣੇ ਕਰ ਕਮਲਾਂ ਦੇ ਨਾਲ ਉਹ ਗੁਰਬਾਣੀ ਲਿਖੀ ਹੈ। ਤੇ ਇੱਕ ਗੱਲ ਪੁੱਛਿਆ ਕਰਦੇ ਸੀ ਗੁਰੂ ਅਰਜਨ ਸਾਹਿਬ ਜੀ, ਕਹਿਣ ਲੱਗੇ ਭਾਈ ਗੁਰਦਾਸ ਤੁਹਾਨੂੰ ਕਿੱਦਾਂ ਪਤਾ ਲੱਗਦਾ ਹੈ ਕਿ ਮੇਰੇ ਗੁਰੂ ਦੀ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ? ਬੜੀ ਸੋਹਣੀ ਉਦਾਹਰਨ ਦਿੰਦੇ ਆ। ਕਹਿਣ ਲੱਗੇ ਜਿਸ ਤਰ੍ਹਾਂ ਇੱਕ ਪਤੀ ਤੇ ਪਤਨੀ ਹਨ,
ਪਤੀ ਨੂੰ ਮਿਲਣ ਵਾਸਤੇ ਉਹਦੇ ਯਾਰ ਦੋਸਤ ਆ ਜਾਂਦੇ ਆ, 8-10 ਬੈਠੇ ਹਨ ਕਮਰੇ ਦੇ ਵਿੱਚ, ਪਤਨੀ ਦੂਸਰੇ ਕਮਰੇ ਦੇ ਵਿੱਚ ਹੈ। ਹੁਣ 8-10 ਗੱਲਾਂ ਕਰਦੇ ਆ, ਉਹਨੂੰ ਪਤਾ ਕਿ ਮੇਰੇ ਪਤੀ ਦੀ ਆਵਾਜ਼ ਕਿਹੜੀ ਹੈ। ਤੇ ਸਿੱਖ ਨੂੰ ਪਤਾ ਹੋਣਾ ਚਾਹੀਦਾ ਵੀ ਮੇਰੇ ਗੁਰੂ ਦੀ ਬਾਣੀ ਕਿਹੜੀ ਆ ਤੇ ਕੱਚੀ ਬਾਣੀ, ਕਿਉਂਕਿ ਮਿਲ ਗੋਭਾ ਜਿਹਾ ਬਹੁਤ ਕੀਤਾ ਗਿਆ ਸਾਡੇ ਵਿੱਚ। ਕਈ ਇੰਨੀਆਂ ਪੰਕਤੀਆਂ ਪ੍ਰਚਲਿਤ ਹੋ ਗਈਆਂ ਤੇ ਉਹਦੇ ਵਿੱਚ ਆਪਾਂ ਪੜ੍ਹਦੇ ਨਾਨਕ ਨੀਵਾ ਜੋ ਚਲੇ, ਦਾ ਲੱਗਦਾ ਵੀ ਸ਼ਾਇਦ ਇਹ ਗੁਰਬਾਣੀ ਹੈ, ਗੁਰਬਾਣੀ ਨਹੀਂ ਹੈ। ਇੱਕ ਉਹ ਵਿਆਹ ਦੀਆਂ ਸ਼ਾਦੀਆਂ ਦੇ ਕਾਰਡਾਂ ਦੇ ਵੀ ਲਿਖਦੇ ਆ, ਸਤਿਗੁਰ ਦਾਤੇ ਕਾਰਜ ਚਾਇਆ ਆਪਣੀ ਮਿਹਰ ਕਰਾਈ ਦਾਸਾਂ ਕਾਰਜ ਆਪ ਸਵਾਰ। ਇਹ ਗੁਰਬਾਣੀ ਨਹੀਂ ਹੈ, ਮਤਲਬ ਇੰਨਾ ਪ੍ਰਚਲਿਤ ਹੋ ਗਿਆ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਇਹ ਗੁਰਬਾਣੀ ਨਹੀਂ ਹੈ, ਪਰ ਇੰਨਾ ਪ੍ਰਚਲਿਤ ਹੋ ਗਿਆ ਉਹ ਏਦਾਂ ਲੱਗਦਾ ਵੀ ਸ਼ਾਇਦ ਇਹ ਗੁਰਬਾਣੀ ਹੈ। ਤੇ ਉੱਥੇ ਹੁਣ ਪੁੱਛਦੇ ਆ, ਸਿੱਖ ਪੁੱਛਦੇ ਆ, ਕਹਿਣ ਲੱਗੇ ਤੁਸੀਂ ਇੱਕ ਇੱਕ ਸ਼ਬਦ ਦੇ ਦਰਸ਼ਨ ਕੀਤੇ, ਇੱਕ ਇੱਕ ਅੱਖਰ ਲਿਖਿਆ ਹੈ, ਤੇ ਕਿੱਦਾਂ ਅਸੀਂ ਉਹਦੇ ਤੋਂ ਆਨੰਦ ਲੈ ਸਕਦੇ ਹਾਂ। 3 ਉਦਾਹਰਨਾਂ ਦਿੱਤੀਆਂ। ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੇ ਤੋਂ ਸ਼ਕਲ ਨਿਧ ਪੂਰਨ ਸਮੁੰਦਰ ਵਿਖੇ, ਸਮੁੰਦਰ ਦੇ ਵਿੱਚ ਬਹੁਤ ਕੁਝ ਹੈ ਪਰ ਲੱਭਦਾ ਕਿਹਨੂੰ ਆ, ਗਹਿਰਾ ਜਾਣਾ ਪੈਂਦਾ। ਜਿਹੜਾ ਹੰਸ ਹੈ ਉਹ ਜਿਹੜਾ ਰਤਨ ਚੁਗਦਾ ਹੈ ਤੇ ਹੰਸ ਮੋਤੀ ਚੁਗਦਾ ਹੈ, ਉਹਦੇ ਵਿੱਚੋਂ ਕੀਮਤੀ ਚੀਜ਼ਾਂ ਚੁਗ ਲੈਂਦਾ। ਜੈਸੇ ਤੋਂ ਸ਼ਕਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰਜੀਵਾ ਨੀਚੇ ਪ੍ਰਸਾਦ ਪਾਵਹੀ, ਤੇ ਉਹ ਪ੍ਰਾਪਤ ਕਰ ਲੈਂਦਾ ਹੈ। ਹੁਣ ਪਹਾੜਾਂ ਦੇ ਵਿੱਚ ਕਹਿੰਦੇ ਹਨ ਉੱਥੇ ਬਹੁਤ ਕੁਝ ਮਿਲਦਾ ਹੈ, ਹੀਰੇ ਵੀ ਮਿਲਦੇ ਆ, ਮਾਣਕ ਵੀ ਮਿਲਦੇ ਆ, ਪਾਰਸ ਵੀ ਮਿਲਦਾ ਹੈ, ਪਰ ਕਿਹਨੂੰ ਮਿਲਦਾ ਹੈ? ਜਿਹੜਾ ਖੋਦਦਾ ਹੈ, ਪੱਥਰਾਂ ਨੂੰ ਪਹਾੜਾਂ ਨੂੰ ਖੋਦੇਗਾ ਉਹਦੇ ਵਿੱਚੋਂ ਉਹਨੂੰ ਪ੍ਰਾਪਤੀ ਹੋਏਗੀ। ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ ਖਨ ਵਾਰਾ ਖਨ ਜਗ ਵਿਖੇ ਪ੍ਰਗਟਾਵਹੀ, ਤੇ ਉਹਨੂੰ ਪਤਾ ਲੱਗੇਗਾ। ਜੰਗਲ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਹਨ, ਫਰਪੂਣ ਬਣਦੇ ਆ, ਸੁਗੰਧੀਆਂ ਅਲੱਗ-ਅਲੱਗ ਬਣਦੀਆਂ ਹਨ, ਪਰ ਜਿਹਨੂੰ ਪਹਿਚਾਣ ਹੋਏਗੀ ਅਗਾਂਹ ਅਗਾਂਹ ਜਾਏਗਾ, ਜੜੀਆਂ ਬੂਟੀਆਂ ਲੱਭੇਗਾ ਤੇ ਉਹਨੂੰ ਪ੍ਰਾਪਤੀ ਹੋਏਗੀ। ਜੈਸੇ ਬਨ ਵਿਖੇ ਮੈਲਾ ਗਰ ਸੋਧਾ ਕਪੂਰ, ਕਹਿੰਦੇ ਸੋਧ ਕੇ ਸਵਾਸੀ ਸੁਵਾਸ ਬਹਿਸਾਵਈ। ਤੇ ਇਸੇ ਤਰ੍ਹਾਂ ਕਹਿੰਦੇ ਗੁਰਬਾਣੀ ਜਿਹੜੀ ਹੈ ਨਾ, ਇਹਦੇ ਵਿੱਚ ਸਭ ਕੁਝ ਹੈ। ਭਾਗਾਂ ਵਾਲਿਓ ਜੋ ਤੁਸੀਂ ਗੁਰਬਾਣੀ ਪੜ੍ਹਦੇ ਹੋ, ਸਹਿਜ ਪਾਠ ਕਰਦੇ ਹੋ, ਮਾਫ ਕਰਨਾ ਇਦਾਂ ਦੇ ਵੀ ਆ ਜਿਨ੍ਹਾਂ ਨੇ ਕਦੇ ਰੁਮਾਲਾ ਚੁੱਕ ਕੇ ਨਹੀਂ ਦੇਖਿਆ। ਸਿੱਖ ਨੂੰ ਹਦਾਇਤ ਹੈ, ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਸਿੱਖ ਨੇ ਘੱਟੋ ਘੱਟ ਹੁਕਮਨਾਮਾ ਸਾਹਿਬ ਜੇ ਘਰ ਦੇ ਵਿੱਚ ਪ੍ਰਕਾਸ਼ ਕੀਤਾ ਤੇ ਹੁਕਮਨਾਮਾ ਲੈ ਕੇ ਘਰੋਂ ਜਾਵੇ। ਜੇ ਗੁਰਦੁਆਰਾ ਸਾਹਿਬ ਗਿਆ, ਇਸੇ ਕਰਕੇ ਕਮਰੇ ਬਣੇ ਹੁੰਦੇ ਵੀ ਉੱਥੇ ਜਾ ਕੇ ਹੁਕਮਨਾਮਾ ਸਾਹਿਬ ਸਿੱਖ ਨੇ ਲੈਣਾ ਹੈ, ਗੁਰਬਾਣੀ ਨਾਲ ਜੁੜੇਗਾ। ਅੱਜ ਹੁਕਮਨਾਮਾ ਪੜ੍ਹੇਗਾ, 1 ਅੰਗ ਪੜ੍ਹੇਗਾ, 2 ਅੰਗ ਪੜ੍ਹੇਗਾ, ਤੇ ਕਈਆਂ ਨੂੰ ਤਾਂ ਲਿਓ ਗੁਰਮੁਖੀ ਨਹੀਂ ਆਉਂਦੀ ਪੜ੍ਹਨੀ, ਪੰਜਾਬੀ ਨਹੀਂ, ਵੀ ਅਸੀਂ ਕਹਿੰਦੇ ਸਿੱਖਾਂ ਗੁਰੂ ਦੇ, ਤੇ ਕਿੱਥੋਂ ਅਸੀਂ ਪ੍ਰਾਪਤ ਕਰ ਸਕਦੇ ਹਾਂ? ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਗੁਰਬਾਣੀ ਵਿੱਚ ਕੀ ਨਹੀਂ ਹੈ? ਫਿਰ ਇਸੇ ਕਰਕੇ ਅਸੀਂ ਭਟਕਦੇ ਹਾਂ, ਕਿਉਂਕਿ ਅਸੀਂ ਕੋਈ ਮੰਗਲਵਾਰ ਇੱਧਰ ਚਲੇ ਗਏ, ਵੀਰਵਾਰ ਉੱਧਰ ਚਲੇ ਗਏ, ਸ਼ਨੀਵਾਰ ਉੱਧਰ ਚਲੇ ਗਏ, ਆ ਵੀ ਕੰਮ ਕਰ ਲਿਆ, ਕੰਜਕਾਂ ਵੀ ਬਿਠਾ ਲਈਆਂ, ਵਰਤ ਵੀ ਰੱਖ ਲਏ, ਮੁਸਲਮਾਨਾਂ ਕੋਲ ਵੀ ਚਲੇ ਗਏ, ਧਾਗੇ ਵੀ ਬੰਨ੍ਹ ਲਏ। ਅਸੀਂ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਆ, ਪਰ ਜਿਹੜਾ ਰੋਜ਼ ਪੜ੍ਹਦਾ ਹੋਵੇ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਜੇ ਉਹ ਭਟਕਦਾ ਹੋਵੇ, ਜਿਸ ਦਰ ਸੇ ਮਿਲੇ ਨਾ ਰਾਹਤ ਉਸੇ ਦਰ ਨਹੀਂ ਕਹਤੇ, ਜੋ ਹਰ ਦਰ ਪੇ ਝੁਕ ਜਾਏ ਉਸੇ ਸਰ ਨਹੀਂ ਕਹਤੇ। ਆ ਕਾਲੇ ਧਾਗੇ ਬੰਨਣੇ, ਲਾਲ ਧਾਗੇ ਬੰਨਣੇ ਸਿੱਖਾਂ ਦਾ ਕੰਮ ਨਹੀਂ ਹੈ। ਸਿੱਖ ਦਾ ਕੰਮ ਹੈ ਗੁਰਬਾਣੀ ਵਿੱਚੋਂ ਖੋਜ ਕੇ ਇਹਦੇ ਵਿੱਚੋਂ ਪ੍ਰਾਪਤੀ ਕਰਨੀ ਹੈ। ਕਹਿੰਦੇ ਭਾਈ ਤੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਜੋਈ ਜੋਈ ਖੋਜੇ ਸੋਈ ਸੋਈ ਨਿਪ ਜਾਵਹੀ। ਕਹਿੰਦੇ ਉਹੀ ਪ੍ਰਾਪਤ ਕਰ ਸਕਦਾ ਜਿਹੜੇ ਬਾਣੀ ਪੜ੍ਹਦੇ। ਤੁਸੀਂ ਕਿੰਨਾ ਆਨੰਦ ਆਉਂਦਾ, ਜਿੱਦਾਂ ਆਪਾਂ ਹੋਰ ਗੁਰਬਾਣੀ ਵਿੱਚ ਗਹਿਰਾ ਜਾਂਦੇ ਹਾਂ, ਸਾਨੂੰ ਹੋਰ ਆਨੰਦ ਆਉਂਦਾ ਹੈ। ਕੀ ਨਹੀਂ ਹੈ ਗੁਰਬਾਣੀ ਵਿੱਚ, ਕੀ ਨਹੀਂ ਮਿਲੇਗਾ ਸਤਿਗੁਰ ਦੀ ਬਾਣੀ ਦੇ ਵਿੱਚੋਂ? ਕਿਉਂ ਸਾਨੂੰ ਭਰੋਸਾ ਨਹੀਂ ਹੈ? ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ। ਇਹ ਪੜ੍ਹਨ ਵਾਸਤੇ ਨਹੀਂ ਹੈ, ਵਿਸ਼ਵਾਸ ਕਰਨ ਵਾਸਤੇ ਹੈ, ਅਮਲ ਵਿੱਚ ਲਿਆਉਣ ਵਾਸਤੇ ਹੈ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਭਗਤ ਪਰਮਾਨੰਦ ਜੀ ਕਹਿੰਦੇ ਆ, ਮਾਫ ਕਰਨਾ, ਭਗਤ ਰਾਮਾਨੰਦ ਜੀ ਕਹਿੰਦੇ ਆ, ਕਹਿੰਦੇ ਉਹਾਂ ਤੋਂ ਜਾਈਏ ਜੋ ਇਹਾਂ ਨੂੰ। ਅਸੀਂ ਦੂਸਰੇ ਦੇ ਘਰ ਮੰਗਣ ਤਾਂ ਜਾਈਏ। ਹੁਣ ਬੱਚਾ ਕੌਲੀ ਲੈ ਕੇ ਗਵਾਂਢੀਆਂ ਕੋਲੇ ਚਲੇ ਜਾ, ਸਬਜ਼ੀ ਕੀ ਬਣਾਈ ਮੈਨੂੰ ਦੇ ਦਿਓ, ਕਿੰਨਾ ਗੁੱਸੇ ਹੋਵਾਂਗੇ। ਆਪਣੇ ਘਰ ਨਹੀਂ ਬਣੀ, ਆਪਾਂ ਦਾਲ ਵੀ ਬਣਾਈ ਹੈ, ਸਬਜ਼ੀ ਬਣਾਈ, ਕੀ ਖਾਣਾ ਤੂੰ ਦੱਸ, ਅਸੀਂ ਬਣਾ ਦਿੰਦੇ ਹਾਂ। ਤੇ ਗੁਰੂ ਸਾਹਿਬ ਵੀ ਕਹਿੰਦੇ ਕੀ ਚਾਹੀਦਾ ਤੈਨੂੰ, ਸਭ ਕੁਝ ਮਿਲੇਗਾ। ਕਾਹਤੇ ਗਵਾਂਢੀਆਂ ਦੇ ਕੋਲ ਕੌਲੀਆਂ ਲੈ ਕੇ ਘੁੰਮਦੇ ਫਿਰਦੇ ਹੋ, ਇੱਥੋਂ ਤੁਹਾਨੂੰ ਸਭ ਕੁਝ ਮਿਲ ਜਾਏਗਾ।
नहीं मिलेगा, भटकोगे, सारी जिंदगी भटकते रहोगे, कुछ नहीं प्राप्ति होएगी जे एक दे बन जाओगे। एक एक ओंकार, एक तो एक दे ही नहीं हले बने, बाकी गुरबाणी तो असीं की अमल विच लियाउणी है। एक दे बन जाओ। एक साडा गुरु गुरु ग्रंथ साहब महाराज कहते भाई तैसे गुरबाणी विखे सगल पदार्थ हैं, जोई जोई खोजै सोई सोई निप जावही। जो भी बाणी दे विचों प्राप्त करांगे, किहड़ा दुनिया का सवाल नहीं जिहदा जवाब गुरबाणी दे विच नहीं है। भाई गुरदास साहब जी नूं पढ़ो, उन्हां दीयां 12 पढ़ो, उन्हां दे कवित पढ़ो, एक एक पंक्ति दे एक एक पौड़ी उन्होंने उच्चारण कर दी, अर्थ जिहड़े कीते है। ते गुरु साहब महाराज कृपा करन, ऐसे महान गुरसिख महापुरुष जिन्हां ने सिੱਖੀ नूं कमाया, नेड़ता दे नाल कमाया, गुरु साहब महाराज दी रहमत दे नाल कमाया। ते अरदास करिए कि गुरु साहब महाराज कृपा कर, क्योंकि नाल प्रबंध भी संभालदे सन, प्रबंध भी संभालना सिੱਖੀ ਦਾ प्रचार। मैं जिद्दां पहला बेनती कीती है, मध्य भारत दे विच अपने इधर चक्कर ला गए भाई गुरदास साहब जी। तो गुरु साहब महाराज की बड़ी किरपा है कि सतगुरु महाराज कृपा करन। ते इसे तरह सतगुरु महाराज सारियां ते रहमत भरिया हत्थ रख।